नहीं तो ਉਹਦੀ ਮਰਜ਼ੀ ਤੋਂ ਬਿਨਾਂ ਤੁਸੀਂ ਨਹੀਂ ਬੋਲ ਸਕਦੇ। ਕੀ ਲਿਖਿਆ? याकूब तो वड्डा जिहने सानू ਕੀ ਕਹਿੰਦੇ ਵੀ ਤੂੰ ਭਲਾ ਯਾਕੂਬ ਤੋਂ वड्डा है। ਅੱਜ ਕੀ ਕਹਿੰਦੇ ਲੈ ਤੂੰ ਬੈਨਹਿਮ ਤੋਂ ਵੱਡਾ ਹੈ, ਤੂੰ ਰੋਨਾਲਡ ਮੌਕੇ ਤੋਂ ਵੱਡਾ ਹੈ, ਤੂੰ ਜੋਇਲ ਔਸਟਨ ਤੋਂ ਵੱਡਾ ਹੈ, ਤੂੰ ਬਿਲੀ ਗ੍ਰਾਮ ਤੋਂ ਵੱਡਾ ਹੈ। ਉਹਨੇ ਏਡੀਆਂ ਡੂੰਘੀਆਂ ਗੱਲਾਂ, ਏਡੇ ਡੂੰਘੇ ਖੂਹ ਪੁੱਟ ਕੇ ਸਾਨੂੰ ਦੇ ਛੱਡੇ ਆ, ਤੇ ਤੂੰ ਕਿਤੇ ਉਹਨਾਂ ਤੋਂ ਪਹਿਚਾਣ ਕਿਵੇਂ ਅੱਗੇ ਵਧ ਰਹੀ ਹੈ। ਤੂੰ ਕਿਤੇ ਕਹਿੰਦੇ ਉਹਨਾਂ ਦਾ ਵੱਡਾ ਹੈ। ਸਾਡੇ ਪਿਤਾ ਯਾਕੂਬ ਤੋਂ ਤੂੰ ਵੱਡਾ, ਬੇਸ਼ੱਕ ਤੂੰ ਯਹੂਦੀ ਅਸੀਂ ਮੰਨਦੇ ਹਾਂ, ਬੇਸ਼ੱਕ ਉਹਦੇ ਵਿੱਚੋਂ ਯਹੂਦੀ ਨਿਕਲਿਆ ਅਸੀਂ ਮੰਨਦੇ ਹਾਂ, ਪਰ ਤੈਨੂੰ ਇਹ ਗੱਲ ਦੱਸ ਦਈਏ ਵੀ ਜੋ ਰਿਸ਼ਤਾ ਪਰਮੇਸ਼ਵਰ ਦਾ ਯਾਕੂਬ ਦੇ ਨਾਲ ਸੀ ਉਹ ਤੇਰੇ ਨਾਲ ਨਹੀਂ ਹੈ। ਲੇਕਿਨ ਉਹ ਜਾਣਦੀ ਨਹੀਂ ਜਿਹਦੇ ਨਾਲ ਯਾਕੂਬ ਦਾ ਰਿਸ਼ਤਾ ਸੀ ਉਹ ਸਾਹਮਣੇ ਹੀ ਖੜਾ ਹੈ। ਹਾਲੇਲੂਇਆ। ਲੇਕਿਨ ਫਿਰ ਵੀ ਪਹਿਚਾਣ ਇਹਦੇ ਅੰਦਰ ਸੀ, ਤਾਂ ਕਰਕੇ ਇਹ ਸਵਾਲ ਤੇ ਸਵਾਲ ਕਰੀ ਜਾ ਰਹੀ ਹੈ, ਤੇ ਸਵਾਲ ਜਿੱਦਾਂ ਕਲੀਅਰ ਹੋਈ ਜਾ ਰਿਹਾ ਉਦਾਂ ਇਹ ਪ੍ਰਭਾਵਿਤ ਹੋ ਰਹੀ ਆ, ਨਿਰਾਸ਼ ਨਹੀਂ। ਪਰ ਅੱਜ ਕੀ ਕੰਮ ਚੱਲਣ ਡਿਆ? ਅੱਜ ਉਲਟਾ ਕੰਮ ਚੱਲਦਾ ਆ। ਅੱਜ ਪ੍ਰਭਾਵਿਤ ਹੋਣ ਦੇ ਲਈ ਕੋਈ ਤਿਆਰ ਨਹੀਂ ਹੈ, ਬਲਕਿ ਨਿਰਾਸ਼ ਹੋਣ ਦੇ ਲਈ ਤਿਆਰ ਹੋ ਜਾਂਦੇ ਵੀ ਇਹਨੇ ਇੰਨੀ ਗੱਲ ਕਹੀ ਕਿਉਂ ਆ। ਪਰ ਇਹ ਨਿਰਾਸ਼ ਨਹੀਂ ਹੋ ਰਹੀ, ਨਾਲ ਆਪਣੀ ਗੱਲ ਰੱਖ ਰਹੀ ਆ। ਅੱਗੇ ਯਿਸੂ ਵੀ ਉਦਾਂ ਦਾ ਨਹੀਂ ਹੈ। ਨਹੀਂ ਤਾਂ ਸਾਡੇ ਵਰਗਾ ਹੁੰਦਾ ਤਾਂ ਭਾਵੇਂ ਬੇਸ਼ੱਕ ਚਪੇੜ ਹੀ ਮਾਰ ਦਿੰਦਾ ਮੂੰਹ ਦੇ ਉੱਤੇ ਵੀ ਤੈਨੂੰ ਪਤਾ ਨਹੀਂ ਤੇਰੇ ਨਾਲ ਗੱਲ ਕਰਨ ਵਾਲਾ ਕੌਣ ਹੈ। ਤੂੰ ਯਾਕੂਬ ਕੌਣ ਸੀਗਾ ਮੇਰੇ ਸਾਹਮਣੇ? ਮੈਂ ਹੀ ਹਾਂ ਯਾਕੂਬ ਨੂੰ ਪੈਦਾ ਕਰਨ ਵਾਲਾ। ਤੂੰ ਯਾਕੂਬ ਨੂੰ ਮੇਰੇ ਅੱਗੇ ਲਿਆ ਕੇ ਰੱਖ ਕੇ ਤੂੰ ਮੇਰੀ ਤੁਲਨਾ ਯਾਕੂਬ ਦੇ ਨਾਲ ਕਰਦੀ ਹੈ। ਤੂੰ ਮੈਨੂੰ ਉਹ ਤੋਂ ਛੋਟਾ ਬਣਾਉਣੀ ਹੈ। ਕੀ ਕਹਿੰਦੀ? ਤੂੰ ਸਾਡੇ ਪਿਤਾ ਯਾਕੂਬ ਤੋਂ ਵੱਡਾ ਹੈ। ਅੱਗੇ ਯਿਸੂ ਮਸੀਹ ਕੀ ਕਹਿ ਰਿਹਾ? ਜਿਹਨੇ ਸਾਨੂੰ ਇਹ ਖੂਹ ਦਿੱਤਾ, ਜਿਹਨੇ ਸਾਨੂੰ ਇਹ ਖੂਹ ਦਿੱਤਾ। ਅੱਜ ਵੀ ਲੋਕੀ ਇਹ ਕਹਿ ਰਹੇ ਸਾਨੂੰ ਆ ਖੂਹ ਦਿੱਤਾ ਹੈ ਜੀ, ਵੱਡੇ ਪਾਦਰੀਆਂ ਨੇ। ਤੇ ਹੁਣ ਤੁਸੀਂ ਕਿੱਥੋਂ ਆ ਗਏ ਹੋ? ਨਾ ਤੁਸੀਂ ਤਾਲੀਮ ਚ ਕੋਈ ਬਹੁਤ ਜ਼ਿਆਦਾ ਐਜੂਕੇਟਡ ਹੋ, ਨਾ ਤੁਹਾਡੀ ਕੋਈ ਉਮਰ ਦਾ ਤਜਰਬਾ, ਨਾ ਤੁਸੀਂ ਪੜ੍ਹੇ ਲਿਖੇ ਹੋ, ਤੇ ਤੁਸੀਂ ਕਿਹੜੀਆਂ ਗੱਲਾਂ ਸਾਨੂੰ ਦੱਸ ਸਕਦੇ ਹੋ? ਲੇਕਿਨ ਜਦੋਂ ਪਰਮੇਸ਼ਵਰ ਦੀ ਰਹਿਮਤ ਹੁੰਦੀ ਹੈ ਤਾਂ ਕੀ ਲਿਖਿਆ? ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਵੀ ਤੂੰ ਇਸ ਗਿਆਨ ਨੂੰ ਗਿਆਨੀਆਂ ਤੋਂ ਛੁਪਾ ਕੇ ਰੱਖਿਆ ਜੀ। ਇਹ ਗਿਆਨੀਆਂ ਤੋਂ ਛੁਪਾ ਕੇ ਰੱਖਿਆ ਤੇ ਬੇਵਕੂਫ ਨਿਤਾਣਿਆਂ ਤੇ ਨਿਆਣਿਆਂ ਦੇ ਉੱਤੇ। ਤੇ ਮੈਂ ਸ਼ੁਕਰ ਕਰਦਾ ਵੀ ਅਸੀਂ ਪੜ੍ਹੇ ਲਿਖੇ ਨਹੀਂ ਸੀ। ਜੇ ਪੜ੍ਹੇ ਲਿਖੇ ਹੁੰਦੇ ਸ਼ਾਇਦ ਯਿਸੂ ਦੇ ਕੋਲ ਆਉਣਾ ਹੀ ਯਿਸੂ ਦੇ ਕੋਲ ਆਉਣਾ, ਫਿਰ ਸਾਨੂੰ ਪੜ੍ਹਾਈ ਦਾ ਹੀ ਘਮੰਡ ਹੋਣਾ। ਇਸ ਕਰਕੇ ਮੈਂ ਕਈ ਵਾਰੀ ਦੱਸਦਾ ਹੁੰਦਾ ਵੀ ਖੁਦਾ ਦੀ ਸੇਵਾ ਕਰਨ ਦੇ ਲਈ ਤੁਹਾਨੂੰ ਟਾਈਟਲ ਦੀ ਜ਼ਰੂਰਤ ਨਹੀਂ ਹੈ, ਵੱਡਾ ਸਾਰਾ ਪਾਸਟਰ ਲਿਖਣ ਦੀ ਜ਼ਰੂਰਤ ਨਹੀਂ ਹੈ, ਵੱਡਾ ਸਾਰਾ ਬਿਸ਼ਪ ਲਿਖਣ ਦੀ ਜ਼ਰੂਰਤ ਨਹੀਂ, ਵੱਡਾ ਸਾਰਾ ਡਾਕਟਰ ਲਿਖਣ ਦੀ ਜ਼ਰੂਰਤ। ਜਦੋਂ ਉਹਦੀ ਰਹਿਮਤ ਹੁੰਦੀ ਹੈ ਤੇ ਉਹ ਠਹਿਰਾਉਂਦਾ ਵੀ ਤੁਸੀਂ ਕੀ ਹੋ। ਹਾਲੇਲੂਇਆ। ਇਸ ਲਈ ਅੱਜ ਤੱਕ ਆਪਣੇ ਨਾਂ ਦੇ ਅੱਗੇ ਪਾਸਟਰ ਵੀ ਲਫ਼ਜ਼ ਇਸਤੇਮਾਲ, ਰੈਵਰੈਂਡ ਲਫ਼ਜ਼ ਵੀ ਇਸਤੇਮਾਲ। ਮੈਂ ਤਾਂ ਕਹਿੰਦਾ ਮੈਨੂੰ ਬ੍ਰਦਰ ਹੀ ਕਹੀ ਜਾ, ਪਰ ਇੰਨਾ ਹੀ ਬੜਾ ਸ਼ੁਕਰ ਆ ਪੰਜਾਬੀ ਦੇ ਵਿੱਚ ਹੀ ਭਾਈ ਕਹਿ ਦਿਆ ਕਰੋ ਮੈਨੂੰ। ਇਸ ਤੋਂ ਜ਼ਿਆਦਾ ਕੁਛ ਵੀ ਚਾਹੀਦਾ, ਇਸ ਤੋਂ ਜ਼ਿਆਦਾ ਕੁਛ ਨਹੀਂ ਚਾਹੀਦਾ। ਹਾਲੇਲੂਇਆ। ਤੇ ਕੀ ਕਹਿੰਦੇ? ਸਾਡੇ ਪਿਤਾ ਯਾਕੂਬ ਤੋਂ ਵੱਡਾ ਹੈ ਜਿਹਨੇ ਸਾਨੂੰ ਇਹ ਏਡਾ ਜ਼ਬਰਦਸਤ ਖੋਹ ਦਿੱਤਾ। ਅੱਗਿਓਂ ਜਵਾਬ ਸੁਣੋ। ਸਾਡੇ ਪਸ਼ੂਆਂ ਨੂੰ ਤੇ ਪੁੱਤਰਾਂ ਤੇ ਉਹਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ। ਯਾਕੂਬ ਨੇ ਦਿੱਤਾ, ਸਾਡੇ ਪੀੜ੍ਹੀਆਂ ਪੀੜ੍ਹੀ ਇਸ ਖੂਹ ਦੇ ਵਿੱਚੋਂ ਪੀਤਾ ਹੈ। ਖੂਹ ਦੇ ਉੱਤੇ ਵੀ ਮਾਣਿਆ ਤੇ ਯਾਕੂਬ ਦੇ ਉੱਤੇ ਵੀ। ਤੇ ਜਿਹਨੇ ਖੂਹ ਦਿੱਤਾ ਉਹਦੇ ਬਾਰੇ ਅਜੇ ਪਤਾ, ਜਿਹਨੇ ਖੂਹ ਦੀ ਪਹਿਚਾਣ ਦਿੱਤੀ ਵੀ ਇੱਥੋਂ ਪੁੱਟੇਗਾ ਤੇ ਨਿਕਲੇਗਾ, ਉਹਦੇ ਬਾਰੇ ਪਤਾ। ਇਹ ਵੀ ਜਿਹੜਾ ਪਾਣੀ ਪੀ ਰਹੇ ਆ ਜਿਸਮਾਨੀ ਪਾਣੀ, ਇਹ ਵੀ ਪਿਤਾ ਦੀ ਪਹਿਚਾਣ ਦੇ ਵਿੱਚ ਯਾਕੂਬ ਸੀ ਤੇ ਯਾਕੂਬ ਨੂੰ ਪਹਿਚਾਣ ਦਿੱਤੀ ਇੱਥੋਂ ਪੁੱਟ ਤੇ ਪਾਣੀ ਨਿਕਲੇਗਾ। ਤੇ ਹੁਣ ਉਹ ਅੰਮ੍ਰਿਤ ਜਲ ਦੀ ਗੱਲ ਕਰ ਰਿਹਾ ਜਿਹੜਾ ਇਹਨੂੰ ਦੇਣ ਵਾਸਤੇ ਆਇਆ। ਅੱਗੇ ਪੜਾਂਗੇ। ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਧਿਆਇਆ ਹੋਵੇਗਾ। ਇਹ ਜਲ ਪੀਣ ਵਾਲਾ ਫਿਰ ਧਿਆਇਆ ਹੋਵੇਗਾ। ਅੱਜ ਕਿਉਂ ਲੋਕੀ ਜਦੋਂ ਇਸ ਕਲਾਮ ਨੂੰ ਸੁਣਦੇ, ਇਸ ਤਰੀਮ ਨੂੰ ਸੁਣਦੇ ਆ ਤੇ ਉਹਨਾਂ ਦੇ ਮੂੰਹ ਬੰਦ ਰਹਿ ਜਾਂਦੇ, ਅੱਖਾਂ ਅੱਡੀਆਂ ਰਹਿ ਜਾਂਦੀਆਂ, ਜਵਾਬ ਕੋਈ ਨਹੀਂ ਹੁੰਦਾ। ਬਾਹਰ ਜਾ ਕੇ ਬੇਸ਼ੱਕ ਮੁਖਾਲਫਤ ਕਰ ਲੈਣ, ਸਾਹਮਣੇ ਖੜੇ ਹੋ ਕੇ ਕੋਈ ਵੀ ਗੱਲ ਸਾਹਮਣੇ ਖੜੇ ਪੁੱਛੀਦਾ ਕੋਈ ਸਵਾਲ ਹੈਗਾ ਤੇ ਦੱਸੋ, ਉਦੋਂ ਇੱਕਦਮ ਘੂਏ ਮੂਏ ਹੋ ਜਾਂਦੇ ਵੀ ਨਹੀਂ ਜੀ ਕੋਈ ਸਵਾਲ ਨਹੀਂ ਆ। ਬਾਹਰ ਜਾ ਕੇ ਪਿੱਠ ਪਿੱਛੇ ਜੋ ਮਰਜ਼ੀ ਕਹਿ ਜਾਣ, ਉਹਦੇ ਨਾਲ ਸਾਨੂੰ ਵੀ ਕੋਈ ਵਰੀ ਨਹੀਂ ਆ। ਅਸੀਂ ਤੇ ਪੁੱਛਦੇ ਆ ਵੀ ਕਰੋ ਸਵਾਲ, ਜੋ ਸੁਣਿਆ, ਜੋ ਸਮਝਿਆ, ਜੋ ਸਿੱਖਿਆ ਉਹਦੇ ਉੱਤੇ ਸਵਾਲ ਕਰੋ ਵੀ ਇਹ ਗਲਤ ਆ ਕਿ ਸਹੀ ਆ। ਉਦੋਂ ਚੁੱਪ ਕਰਕੇ ਨਿਕਲ ਜਾਂਦੇ ਆ ਤੇ ਬਾਹਰ ਜਾ ਕੇ ਮੁਖਾਲਫਤਾਂ ਸ਼ੁਰੂ ਹੁੰਦੀਆਂ। ਲੇਕਿਨ ਇੱਥੇ ਦੇਖਦੇ ਆ ਮਾਣ ਕੀ ਆ, ਯਿਸੂ ਮਸੀਹ ਕੀ ਕਹਿ ਰਿਹਾ? ਜਿਹੜਾ ਨੇ ਇਸ ਖੂਹ ਤੋਂ ਪੀਤਾ ਆ ਉਹ ਇਹਨੂੰ ਪੀਣ ਤੋਂ ਬਾਅਦ ਵੀ ਪਿਆਸੇ ਹੈ। ਹਾਲੇਲੂਇਆ। ਦੁਨੀਆ ਦੇ ਬੜੇ ਖੂਹਾਂ ਤੋਂ ਅਸੀਂ ਪਾਣੀ ਪੀਤਾ ਹੋਵੇਗਾ, ਲੇਕਿਨ ਫਿਰ ਵੀ ਪਿਆਸੇ ਆ। ਲੇਕਿਨ ਇਹ ਜਿਹੜਾ ਪਾਕ ਰੂਹ ਦੇ ਵਸੀਲੇ ਲਿਖਿਆ ਗਿਆ, ਜਿੱਦਣ ਇਹਦੇ ਵਿੱਚੋਂ ਪੀ ਲਿਆ ਤੇ ਫਿਰ ਪਿਆਸ ਬਾਕੀ, ਫਿਰ ਬੰਦੇ ਨੂੰ ਇੱਧਰ ਉੱਧਰ ਝਾਤੀ ਮਾਰਨ ਦੀ ਜ਼ਰੂਰਤ
ਨਹੀਂ ਰਵੇਗੀ। ਫਿਰ ਉਹਨੂੰ ਪਤਾ ਲੱਗ ਜਾਵੇਗਾ ਕਿ ਇਹ ਹੀ ਆ ਅੰਮ੍ਰਿਤ ਜਲ ਜਿਹਦੇ ਨਾਲ ਮੈਂ ਅਮਰ ਹੋਣਾ ਹੈ। ਹਾਲੇਲੂਇਆ। ਪਰ ਜੇ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ, ਹਾਂਜੀ, ਸੋ ਸਦੀਪਕ ਕਾਲ ਤੇ ਕਦੇ ਤਿਹਾਇਆ ਨਾ ਹੋਵੇਗਾ। ਜਿਹੜਾ ਮੇਰਾ ਦਿੱਤਾ ਹੋਇਆ ਪੀਵੇਗਾ ਉਹ ਹਮੇਸ਼ਾ ਤੱਕ ਕਦੇ ਵੀ ਫਿਰ ਪਿਆਸਾ ਨਹੀਂ ਰਹੇਗਾ। ਹਾਲੇਲੂਇਆ। ਬਲਕਿ ਉਹ ਜਲ ਜੋ ਮੈਂ ਉਹਨਾਂ ਨੂੰ ਦਿਆਂਗਾ। ਅੱਗੇ ਕੁਆਲਿਟੀ ਦੇਖੋ ਕੀ ਦੱਸ ਰਿਹਾ ਯਿਸੂ ਮਸੀਹ ਵੀ ਤੁਸੀਂ ਜਿਹੜਾ ਪੀਂਦੇ ਹੋ ਨਾ, ਤੁਸੀਂ ਖੁਦ ਹੀ ਪੀਂਦੇ ਹੋ, ਇਹ ਤੁਹਾਡੇ ਵਾਸਤੇ ਹੀ ਹੈ ਤੇ ਇਹਨੂੰ ਪੀਣ ਤੋਂ ਬਾਅਦ ਤੁਸੀਂ ਫਿਰ ਪਿਆਸੇ ਦੇ ਪਿਆਸੇ ਰਹਿ ਜਾਂਦੇ ਹੋ। ਪਰ ਮੈਂ ਜਿਹੜੇ ਪਾਣੀ ਦੀ ਗੱਲ ਤੈਨੂੰ ਕਰਦਾ ਆ, ਉਸ ਪਾਣੀ ਦੀ ਕੁਆਲਿਟੀ ਅੱਗੇ ਸੁਣ ਵੀ ਜਿਹੜਾ ਇਹਨੂੰ ਪੀਵੇਗਾ ਉਹ ਆਪ ਵੀ ਕਦੇ ਪਿਆਸਾ ਨਹੀਂ ਰਹੇਗਾ। ਤੇ ਅੱਗੇ ਉਹ ਕਿਦਾਂ ਦਾ ਬਣ ਜਾਵੇਗਾ ਇਹਨੂੰ ਪੀ ਕੇ ਪੜਾਂਗੇ। ਜੋ ਮੈਂ ਉਹਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਉਹਦੇ ਵਿੱਚ ਜਿਹੜਾ ਮੈਨੂੰ ਪੀਏਗਾ, ਜਿਹੜਾ ਮੈਂ ਦੇ ਰਿਹਾ ਨਾ, ਉਹਦੇ ਵਿੱਚੋਂ ਜਿਹੜਾ ਪੀਏਗਾ ਉਹ ਆਪ ਵੀ ਪਿਆਸ ਤੋਂ ਆਜ਼ਾਦ ਹੋ ਜਾਵੇਗਾ ਤੇ ਪਲੱਸ ਉਹ ਆਪ ਇੱਕ ਸੋਤਾ ਬਣ ਜਾਊਗਾ। ਹਾਲੇਲੂਇਆ। ਅਤੇ ਆਨੰਦ ਜਿਉਂ ਤੱਕ ਉਛਲਦਾ ਰਹੇਗਾ। ਕਿੱਥੋਂ ਤੱਕ ਉਛਲਦਾ ਰਹੇਗਾ ਜੀ? ਆਨੰਦ ਜਿਉਂ ਤੱਕ ਹਮੇਸ਼ਾ ਉਹ ਹਮੇਸ਼ਾ ਉਛਲਦਾ ਰਹੇਗਾ। ਇਹੋ ਜਿਹੇ ਪਾਣੀ ਦੀ ਯਿਸੂ ਗੱਲ ਕਰ ਰਿਹਾ, ਇਹ ਕਦੇ ਵੀ ਸਮਾਪਤ ਨਹੀਂ ਹੋਵੇਗਾ। ਇਹ ਜਿਹੜਾ ਪਿਆਸ ਬੁਝਾਉਣ ਵਾਲਾ ਅੰਮ੍ਰਿਤ ਜਲ ਆ, ਇਹ ਜਦੋਂ ਇਸ ਜਹਾਨ ਨੂੰ ਵੀ ਛੱਡ ਦੇਵਾਂਗੇ, ਇਹ ਹਮੇਸ਼ਾ ਉਛਲਦਾ ਰਹੇਗਾ ਔਰ ਗਵਾਹੀ ਦਿੰਦਾ ਰਹੇਗਾ ਕਿ ਅਸੀਂ ਮਸੀਹ ਯਿਸੂ ਦੇ ਦਿੱਤੇ ਹੋਏ ਅੰਮ੍ਰਿਤ ਜਲ ਤੋਂ ਪੀਂਦੇ ਹਾਂ। ਹਾਲੇਲੂਇਆ। ਤੇ ਤੁਸੀਂ ਥੱਕ ਗਏ ਹੋ? ਅੱਗੇ ਪੜੋ ਵਰਸੇ ਇਹ ਚੈਪਟਰ ਇਸ ਤੋਂ ਅੱਗੇ ਜਾਣਾ। ਹਾਂਜੀ, ਇਹ ਸੁਣਨ ਤੋਂ ਬਾਅਦ ਔਰਤ ਕੀ ਕਹਿ ਰਹੀ ਹੈ? ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਓ। ਹਾਂਜੀ, ਕੀ ਕਹਿੰਦੀ ਆ? ਸਮਝ ਗਈ ਵੀ ਇਦਾਂ ਦੀ ਜੇ ਗੱਲਬਾਤ ਹੈ ਤੇ ਮੈਂ ਤੇ ਐਵੇਂ ਇੱਥੇ ਸ਼ਦਾਈਆਂ ਵਾਂਗੂ ਭਰਨ ਦੇ ਵਾਸਤੇ। ਲੇਕਿਨ ਇਹ ਧਿਆਨ ਰੱਖਣਾ, ਇਹ ਸਰੀਰਕ ਗੱਲਾਂ ਨਹੀਂ ਹੋ ਰਹੀਆਂ। ਇਹ ਜਿਹੜਾ ਲਿਖਿਆ ਗਿਆ ਇਹਦਾ ਇੱਕ ਆਤਮਿਕ ਭੇਤ ਆ। ਕੀ ਕਿਹਾ ਤੀਵੀਂ ਨੇ? ਹੇ ਮਹਾਰਾਜ ਇਹ ਜਲ ਮੈਨੂੰ ਦਿਓ, ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ। ਨੰਬਰ 1 ਕੀ ਆ? ਮੇਰੀ ਪਿਆਸ ਮੈਂ ਬੜੇ ਖੂਹਾਂ ਤੋਂ ਪੀ ਕੇ ਦੇਖ ਚੁੱਕੀ ਆ ਤੇ ਇਹ ਜਿਹੜਾ ਖੂਹ ਜਿਹਦੇ ਤੇ ਸਾਨੂੰ ਬੜਾ ਮਾਣ ਆ, ਇਹਦੇ ਵਿੱਚੋਂ ਵੀ ਪੀਤਾ ਹੈ, ਪਰ ਮੈਂ ਪੀ ਕੇ ਫਿਰ ਪਿਆਸੀ ਆ। ਤਾਂ ਉਹ ਨਾ ਇੱਥੋਂ ਤਾਈਂ ਭਰਨ ਨੂੰ ਆਇਆ ਕਰ, ਨਾ ਮੈਂ ਇੱਥੋਂ ਤਾਈਂ ਭਰਨ ਨੂੰ ਆਇਆ ਕਰ। ਉਹ ਕਹਿੰਦੇ ਕੰਮ ਹੀ ਨਹੀਂ ਬੇੜੋ, ਐਵੇਂ ਕਹਿੰਦੇ ਘਰੋਂ ਵੀ ਚੱਲ ਕੇ ਆਈਦਾ ਇੱਥੋਂ ਤੱਕ ਵੀ ਇੱਥੇ ਹੁਣ ਆਉਣਾ ਹੀ ਨਹੀਂ। ਪਹਿਚਾਣ ਦੇਖੋ ਕਿੱਥੇ ਤੱਕ ਹੋ ਗਈ ਵੀ ਇਦਾਂ ਦਾ ਪਾਣੀ ਵੀ ਮੈਨੂੰ ਦੇ ਦੇ ਤੇ ਮੈਂ ਐਵੇਂ ਇੱਥੇ ਧੱਕੇ ਨਾ ਖਾਵਾਂ। ਪਰ ਅੱਜ ਇਨਸਾਨ ਇਹ ਵੀ ਕਹਿਣ ਦੇ ਲਈ ਤਿਆਰ ਨਹੀਂ ਹੈ ਕਿ ਵੀ ਇਦਾਂ ਦਾ ਪਾਣੀ ਸਾਨੂੰ, ਉਹ ਕਹਿੰਦੇ ਨਹੀਂ ਅਸੀਂ ਆਪਣੀ ਮਰਜ਼ੀ ਦੇ ਪੀਵਾਂਗੇ, ਭਾਵੇਂ 20 ਵਾਰੀ ਪੀਣਾ ਪਵੇ ਕੋਈ ਗੱਲ ਨਹੀਂ, ਪਰ ਇਹ ਜਿਹੜਾ ਹਮੇਸ਼ਾ ਦੀ ਪਿਆਸ ਬੁਝਾਉਣ ਵਾਲਾ ਇਹਦੀ ਸਾਨੂੰ ਜ਼ਰੂਰਤ ਨਹੀਂ ਹੈ। ਪੜਾਂਗੇ ਅੱਗੇ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਹੀ ਨਹੀਂ। ਮੇਰਾ ਪਤੀ ਹੈ ਨਹੀਂ, ਝੂਠ ਬੋਲ ਗਈ। ਯਿਸੂ ਨੇ ਉਹਨੂੰ ਆਖਿਆ, ਤਾਂ ਠੀਕ ਆਖਿਆ, ਜੋ ਤੇਰਾ ਪਤੀ ਮੇਰਾ ਪਤੀ ਹੈ ਨਹੀਂ। ਹਾਂਜੀ, ਕਿਉਂਕਿ ਤੂੰ 5 ਪਤੀ ਕਰ ਚੁੱਕੀ ਹੈ ਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ ਹੈ। ਹੈਗਾ ਸੀ ਪਰ ਹੈ ਨਹੀਂ ਤੇ ਇਹ 7 ਆਖਿਆ ਹੈ। ਹਾਂਜੀ, ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੂ ਜੀ। ਕਿੱਥੇ ਆ ਗਈ ਜੀ? ਇਹ ਸੱਚ ਆਖਿਆ ਹੈ। ਹਾਂਜੀ, ਤੇ ਹੁਣ ਲਫ਼ਜ਼ ਕੀ ਇਸਤੇਮਾਲ ਹੋ ਗਿਆ? ਪ੍ਰਭੂ ਜੀ। ਪਹਿਲਾਂ ਕੀ ਸੀ? ਮਹਾਰਾਜ। ਯਹੂਦੀ ਮਹਾਰਾਜ ਤੇ ਪ੍ਰਭੂ ਜੀ ਤੇ ਆ ਗਏ। ਕਿੱਥੇ ਤੱਕ ਪਹੁੰਚ ਗਈ? ਪ੍ਰਭੂ ਤੱਕ ਜੀ। ਪਹੁੰਚ ਗਈ। ਪ੍ਰਭੂ ਤੱਕ ਪਹੁੰਚ ਗਈ। ਯਹੂਦੀ ਤੋਂ ਮਹਾਰਾਜ ਤੇ ਮਹਾਰਾਜ ਤੋਂ ਪ੍ਰਭੂ ਤੇ। ਇਹ ਪ੍ਰਭੂ ਕਾਹਦੇ ਨਹੀਂ ਕਿਹਾ? ਕਿਉਂਕਿ ਇੱਕ ਪ੍ਰਭੂ ਹੀ ਆ ਜਿਹੜਾ ਇਸ ਹੱਦ ਤੱਕ ਇਸ ਔਰਤ ਨੂੰ ਜਾਣ ਸਕਦਾ ਸੀ। ਪ੍ਰਭੂ ਤੋਂ ਬਿਨਾ ਹੋਰ ਦੂਸਰਾ ਕੋਈ ਜਾਣ ਨਹੀਂ ਸਕਦਾ। ਇਹਦਾ ਮਤਲਬ ਇਹਨੂੰ ਪਤਾ ਵੀ ਇੰਨੀ ਬਰੀਕੀ ਤੱਕ ਸਿਰਫ ਪ੍ਰਭੂ ਹੀ ਜਾਣ ਸਕਦਾ, ਹੋਰ ਕੋਈ ਜਾਣ ਸਕਦਾ ਇਹਨੂੰ ਪਤਾ ਸੀ। ਇਸ ਕਰਕੇ ਲਿਖਿਆ ਜਿਹਦੇ ਕੋਲ ਹੈ ਉਹਨੂੰ ਹੋਰ ਵੀ ਦਿੱਤਾ ਇਹਦੇ ਨਾਲ ਯਿਸੂ ਦੀ ਵਾਰਤਾਲਾਪ ਇਸੇ ਕਰਕੇ ਹੋਈ ਵੀ ਇਹਦੇ ਕੋਲ ਹੈਗਾ ਆ ਪਰ ਅਜੇ ਕਮੀ ਹੈ, ਇਹਨੂੰ ਹੋਰ ਦਿੱਤਾ ਜਾਵੇ। 5 ਪਤੀਆਂ ਦੇ ਬਾਰੇ ਲੋਕਾਂ ਨੇ ਇਹਨੂੰ ਜਨਾਹ ਕਰ ਔਰਤ ਕਰਕੇ ਪੇਸ਼ ਕੀਤਾ ਹੈ। ਇਹ 5 ਪਤੀ ਇਹਦੇ ਪਤੀ ਨਹੀਂ ਸੀ, ਇਹ ਪਰਮੇਸ਼ਵਰ ਦੀ ਪਹਿਚਾਨ ਦੇ ਵਿੱਚ ਵਧਣਾ ਚਾਹੁੰਦੀ ਸੀ ਔਰ ਥਾਂ ਧੱਕੇ ਖਾ ਚੁੱਕੀ ਸੀ। ਇਹ 5 ਉਸਤਾਦਾਂ ਦੇ ਕੋਲ ਜਾ ਚੁੱਕੀ ਸੀ, ਉਹਨਾਂ ਦੇ ਕੋਲੋਂ ਵੀ ਤਸੱਲੀ ਨਹੀਂ ਹੋਈ ਤੇ 6ਵੇਂ ਦੇ ਕੋਲ ਸੀ, ਪਰ ਉਹਦੇ ਨਾਲ ਵੀ ਹੁਣ ਇਹਦਾ ਮਨ ਮਟਾਓ ਸੀ ਵੀ ਮੈਂ ਕੋ ਜਾਵਾਂ ਕਿ ਨਾ ਜਾਵਾਂ। ਤੇ ਯਿਸੂ ਇਹਨੂੰ ਇਸ ਗਹਿਰਾਈ ਤੱਕ ਜਾਣਦਾ ਸੀ। ਇਸ ਲਈ ਯਿਸੂ ਮਸੀਹ ਨੇ, ਕਿਉਂਕਿ ਯਿਸੂ ਮਸੀਹ ਕਿਸੇ ਨੂੰ ਨੰਗਾ ਨਹੀਂ ਕਰ ਸਕਦਾ, ਉਹ ਹਮੇਸ਼ਾ ਕੱਜਦਾ ਹੀ ਹੈ। ਹਾਲੇਲੂਇਆ। ਸਭ ਤੋਂ ਕਿਸੇ ਪਾਸੇ ਜਾਣ ਦੀ ਜਿਹੜੀ ਇੱਕੋ ਗੱਲ, ਪਰਮੇਸ਼ਵਰ ਨੇ ਆਦਮ ਨੂੰ ਢੱਕਿਆ ਸੀ, ਨੰਗਾ ਆਦਮ ਆਪ ਹੋਇਆ ਸੀ। ਤੇ ਯਿਸੂ ਮਸੀਹ ਕਿਸੇ ਵੀ ਕੀਮਤ ਤੇ ਉਹਦੇ ਮੂਹਰੇ ਕੀ ਲਿਖਿਆ? ਜਦੋਂ ਪਾਪਣ ਔਰਤ ਨੂੰ ਲੈ ਕੇ ਯਿਸੂ ਮਸੀਹ ਦੇ ਕੋਲ ਆਏ, ਕਹਿੰਦੇ ਮੂਸਾ ਦੀ ਸ਼ਰਅ ਮੁਤਾਬਕ ਇਹ ਵੀ ਇਹਨੂੰ ਪੱਥਰ
ਪੱਥਰ ਮਾਰ ਕੇ ਮਾਰ ਦਿੱਤਾ ਜਾਵੇ ਤੇ ਯਿਸੂ ਮਸੀਹ ਕਹਿੰਦਾ ਮੈਂ ਕੌਣ ਹੁੰਨਾ ਜਿਹੜਾ ਸ਼ਰਾਂ ਨੂੰ ਤੋੜ ਦੇਵਾਂ। ਸੱਚਮੁੱਚ ਇਹਨੂੰ ਪੱਥਰ ਹੀ ਮਾਰਨੇ, ਸੱਚਮੁੱਚ ਪੱਥਰ ਹੀ ਮਾਰਨੇ ਚਾਹੀਦੇ ਆ, ਪਰ ਸ਼ਰਤ ਇਹ ਆ ਹੁਣ ਵੀ ਪੱਥਰ ਮਾਰੇ ਉਹ ਜਿਹਦੇ ਚ ਖੁਦ ਚ ਪਾਪ, ਜਿਹੜੇ ਖੁਦ ਪਾਪ ਨਹੀਂ ਆ ਉਹ ਮਾਰ ਸਕਦਾ ਪੱਥਰ। ਯਿਸੂ ਮਸੀਹ ਗਹਿਰਾਈ ਤੱਕ ਜਾਣਨ ਵਾਲਾ ਆ, ਇਸ ਲਈ ਯਿਸੂ ਮਸੀਹ ਇਹਨੂੰ ਕਿਸੇ ਵੀ ਕੀਮਤ ਉੱਤੇ ਅਗਰ ਇਹ ਇਦਾਂ ਦੀ ਸੀ ਵੀ ਤੇ ਯਿਸੂ ਆਪਣੇ ਮੂੰਹ ਕਦੇ ਵੀ ਇਹਨੂੰ ਇਹੋ ਜਿਹਾ ਲਫ਼ਜ਼ ਕਹਿ, ਹਾਂ ਇਹਨੂੰ ਇਦਾਂ ਦਾ ਤਿਆਰ ਅੰਦਰੋਂ ਅੰਦਰ ਜ਼ਰੂਰ ਕਰ ਸਕਦਾ ਸੀਗਾ ਕਿ ਆਪ ਕਹਿੰਦੀ ਕਿ ਮੈਂ ਇੱਕ ਗੁਨਹਗਾਰ ਔਰਤ ਹਾਂ, ਪਰ ਯਿਸੂ ਮਸੀਹ ਦੀ ਆਤਮਿਕਤਾ ਨੂੰ ਦੇਖ ਰਿਹਾ, ਇਹਦੇ ਕੋਲ ਕੁਝ ਹੈ ਪਰ ਹੋਰ ਦੇਣਾ ਚਾਹੁੰਦਾ ਆ, ਇਸ ਕਰਕੇ ਕਹਿੰਦਾ ਤੂੰ 5 ਐਸੇ ਉਸਤਾਦਾਂ ਦੇ ਕੋਲ ਜਾ ਚੁੱਕੀ ਆ ਪਰ ਫਿਰ ਵੀ ਤੈਨੂੰ ਪਰਮੇਸ਼ਰ ਬਾਰੇ ਪਹਿਚਾਣ ਨਹੀਂ ਹੋ ਸਕੀ। ਹੁਣ ਵੀ ਜਿਹਦੇ ਕੋਲ ਤੂੰ ਜਾਣੀ ਹੋਣੀ ਆ ਪਰ ਉੱਥੇ ਵੀ ਤੇਰੀ ਤਸੱਲੀ ਨਹੀਂ ਆ। ਜਦੋਂ ਇਹਨੇ ਇੰਨੀ ਗੱਲ ਯਿਸੂ ਮਸੀਹ ਨੇ ਉਹਨੂੰ ਆਖ ਦਿੱਤੀ ਤੇ ਫਿਰ ਉਹਦੀਆਂ ਅੱਖਾਂ ਜਿਹੜੀਆਂ ਸਨ ਹੋਰ ਖੁੱਲ ਗਈਆਂ ਤੇ ਉਹਨੂੰ ਪਤਾ ਲੱਗ ਗਿਆ, ਕਿਸੇ ਨੂੰ ਵੀ ਨਹੀਂ ਸੀ ਪਤਾ, ਇਹਨੂੰ ਕਿਵੇਂ ਪਤਾ ਹੈ? ਨਾ ਇਹ ਸਾਮਰੀ, ਨਾ ਸਾਡੇ ਇਲਾਕੇ ਦਾ ਰਹਿਣ ਵਾਲਾ, ਇਹ ਯਹੂਦੀ ਆ, ਪਹਿਲੀ ਵਾਰੀ ਮੁਲਾਕਾਤ ਹੋਈ ਤੇ ਮੇਰੇ ਬਾਰੇ ਇੰਨਾ ਕੁਝ ਜਾਣਨ ਵਾਲਾ ਪ੍ਰਭੂ ਤੋਂ ਸਿਵਾਏ ਦੂਸਰਾ ਕੋਈ ਹੋ ਨਹੀਂ ਸਕਦਾ। ਯਹੂਦੀ ਤੋਂ ਮਹਾਰਾਜ ਤੇ ਮਹਾਰਾਜ ਤੋਂ ਪ੍ਰਭੂ। ਅੱਗੇ ਪੜਾਂਗੇ ਜੀ। ਪ੍ਰਭੂ ਜੀ ਮੈਨੂੰ ਸੁਝਦਾ ਹੈ ਜੋ ਤੁਸੀਂ ਨਬੀ ਹੋ। ਕੀ ਕਹਿੰਦੀ ਹੈ ਹੁਣ? ਪਹਿਲਾਂ ਕੀ ਕਹਿੰਦੀ? ਪ੍ਰਭੂ ਜੀ ਮੈਨੂੰ ਸੁਝਦਾ ਹੈ ਤੁਸੀਂ ਕੀ ਹੋ? ਨਬੀ ਹੋ। ਕੀ ਕਹਿੰਦਾ ਯਿਸੂ ਜੀ? ਲੋਕੀ ਮੇਰੇ ਬਾਰੇ ਕੀ ਕਹਿ ਰਹੇ ਆ? ਤੇ ਉਹਨਾਂ ਕੀ ਕਿਹਾ? ਕਹਿੰਦੇ ਕੋਈ ਨਬੀ ਕਹਿ ਰਿਹਾ, ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿ ਰਿਹਾ, ਕੋਈ ਸੈਮੂਅਲ ਨਬੀ, ਆਪਣੇ ਏਲੀਆ ਨਬੀ ਕਹਿ ਰਿਹਾ, ਕੋਈ ਯਿਰਮਾਇਆ ਕਹਿ ਰਿਹਾ, ਤੇ ਇਹ ਵੀ ਹੁਣ ਕੀ ਕਹਿ ਰਹੀ ਆ? ਕਹਿੰਦੀ ਪ੍ਰਭੂ ਜੀ ਤੁਸੀਂ ਮੈਨੂੰ ਕੋਈ, ਕਿਉਂਕਿ ਨਬੀ ਨੂੰ ਖੁਦਾ ਦੱਸੂਗਾ ਤੇ ਫਿਰ ਨਬੀ ਇਹ ਗੱਲ ਕਹਿ ਸਕਦਾ ਹੈ। ਅਦਰਵਾਈਜ਼ ਇਸ ਹੱਦ ਤੱਕ ਕੋਈ ਕਿਸੇ ਨੂੰ ਅੰਦਰੋਂ ਜਾਣ, ਇਸ ਹੱਦ ਤੱਕ ਨਹੀਂ ਕੋਈ ਜਾਣ ਸਕਦਾ। ਇਸ ਲਈ ਉਹ ਹੈਰਾਨ ਹੋਈ ਤੇ ਕਹਿੰਦੀ ਮੈਨੂੰ ਪੁੱਛਦਾ ਵੀ ਤੁਸੀਂ ਨਬੀ ਹੋ। ਕਿੱਥੋਂ ਤੱਕ ਆ ਗਿਆ ਜੀ? ਯਹੂਦਾ ਤੋਂ, ਯਹੂਦੀ ਤੋਂ ਮਹਾਰਾਜ, ਮਹਾਰਾਜ ਤੋਂ ਪ੍ਰਭੂ ਤੇ ਪ੍ਰਭੂ ਤੋਂ ਨਬੀ ਤੱਕ ਪਹੁੰਚ ਗਿਆ ਜੀ। ਕੰਮ ਅੱਗੇ ਪੜਾਂਗੇ। ਸਾਡੇ ਪਿਓ ਦਾਦਿਆਂ ਨੇ ਇਸ ਪਰਬ ਉੱਤੇ ਭਗਤੀ ਕੀਤੀ। ਹਾਂਜੀ, ਹੁਣ ਉਹ ਦੱਸਣਾ ਸ਼ੁਰੂ ਕੀਤਾ ਜੀ ਵੀ ਪਿਓ ਦਾਦੇ ਵੀ ਭਗਤੀ ਵਾਲੇ ਸੀਗੇ, ਕੋਈ ਅਵਾਰਾ ਨਹੀਂ ਸੀ। ਚੰਗੇ ਖਾਨਦਾਨ ਦੀ ਔਰਤ ਆ, ਕਿਸੇ ਮਾੜੇ ਖਾਨਦਾਨ ਦੀ, ਪਰ ਹਾਏ ਸਾਡੇ ਪਾਦਰੀਆਂ ਉੱਤੇ ਅੱਜ ਤੱਕ ਇਹਨੂੰ ਜਨਾਹਗਾਰ ਔਰਤ ਕਰਕੇ ਪੇਸ਼ ਕਰਦੇ ਰਹੇ। ਖਾਨਦਾਨੀ ਔਰਤ ਆ, ਇਸ ਕਰਕੇ ਯਿਸੂ ਮਸੀਹ ਦੇ ਨਾਲ ਬੇਝਿਜਕ ਹੋ ਕੇ ਗੱਲ ਕਰ ਰਹੀ ਹੈ। ਉਹਨੂੰ ਕੋਈ ਵੀ ਪਰਵਾਹ ਨਹੀਂ ਹੈ ਕਿਉਂਕਿ ਉਹਦਾ ਅਸਤਿਤਵ ਬਿਲਕੁਲ ਬੇਦਾਗ ਆ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਬੇਫਿਕਰ ਹੋ ਕੇ ਯਿਸੂ ਮਸੀਹ ਦੇ ਨਾਲ ਵਾਰਤਾ ਕਰ ਰਹੀ ਹੈ। ਸਾਡੇ ਬਾਪ ਦਾਦੇ ਪੜੋ ਜੀ। बाप दादे इसी पहाड़ पर आराधना की। हाँ जी, साढ़े बाप दादों ने इसी पहाड़ पर आराधना की। और तुम कहते हो कि वह जगह जहाँ आराधना करनी चाहिए यरूशलेम में। हाँ जी, ये यहूदी समय के कहते साढ़े दे बाप दादियां ने इस पहाड़ दे उत्ते भगती कीती, पर तुसी यहूदी हुंदे होए ये कह रहे हो कि वो जिहड़ी भगती करन दी जगह है वो किथे है? इबादत करने की जगह कहाँ? यरूशलेम है। पर हमारे बाप दादा तो इसी पहाड़ पर इबादत करते थे। आगे पढ़ांगे जी। हुण देखो यीशु मसीह अगे उन्हें की समझा रहे हैं। यीशु ने उससे कहा, हे नारी, मेरी बात का विश्वास कर कि वह समय आता है कि तुम न तो इस पहाड़ पर पिता की आराधना करोगे न यरूशलेम में। हाँ जी, तुम एक जिसने नहीं जानते उसकी आराधना करते हो और हम जिसे जानते हैं उसकी आराधना हालेलुया। करते हैं। तुम उसकी आराधना करते हो जिसे हम उसकी आराधना करते हैं जिसे हम ना वह समय आता है बल्कि अभी से है, ना इस पहाड़ पर और ना यरूशलेम में, बल्कि वो समय आता है बल्कि अभी है। आगे पढ़ेंगे जी। क्योंकि उद्धार यहूदियों में से, क्योंकि उधार ते ਇਹਦੇ ਚ कोई शक नहीं कि यहूदियां तो ही हैं। हाँ जी, परंतु वह समय आता है वरन अब भी है जिसे सच्चे भक्त पिता की आराधना आत्मा और सच्चाई से करेंगे। सच्चे भक्त कैसे करेंगे? आत्मा और वाले समय जो सीखांगे आत्मा दे नाल क्यों करनी है ते सच्चाई दे नाल क्यों करनी है, क्योंकि साडा जे सब्जेक्ट नहीं है, ਇਹਦੇ ਵਿੱਚ ਬੜਾ ਪਰਮੇਸ਼ਰ ਨੇ ਰੰਗ ਭਰਿਆ ਹੋਇਆ, ਲੇਕਿਨ ਇਹਨੂੰ ਅੱਜ ਅਸੀਂ ਸਾਈਡ ਤੇ ਕਰਾਂਗੇ ਔਰ ਯਾਦ ਰੱਖਣਾ, ਇਹਦੇ ਉੱਤੇ ਵਿਚਾਰ ਕਰਾਂਗੇ ਅਸੀਂ। वह समा आता है बल्कि अभी है कि उसके चाहने वाले ना पहाड़ पर ना यरूशलेम में बल्कि रूह और सच्चाई से उसकी इबादत करेंगे। आगे बढ़ाएंगे। क्योंकि पिता अपने लिए ऐसे ही आराधकों को ढूंढ, कैसे आराधकों को ढूंढता है? जो रूह से करें और आज ना रूह दे नाल हो रही ते ना ਜਿਹੜਾ ਰੂਹ ਆ ਉਹਨੂੰ ਆਪਣੇ ਮਨ ਦੀ ਭਾਵਨਾ ਤੇ ਆਪਣੇ ਮਨ ਦੀ ਸੋਚ ਨੂੰ ਰੂਹ ਕਹੀ ਜਾਂਦੇ ਆ,
ਤੇ ਜਿਹੜਾ ਸੱਚ ਆ ਉਹਦੇ ਬਾਰੇ ਯਿਸੂ ਮਸੀਹ ਨੇ ਸਾਫ਼ ਕਿਹਾ, ਦਾ ਕਲਾਮ ਦੱਸਦਾ ਹੈ, ਗੌਰ ਕਰ ਜਿਹਨੂੰ ਤੂੰ ਰੋਸ਼ਨੀ ਸਮਝਦਾ ਕਿਤੇ ਹਨੇਰਾ ਤੇ ਨਹੀਂ, ਜਿਹਨੂੰ ਤੂੰ ਸੱਚ ਸਮਝਦਾ ਕਿਤੇ ਝੂਠ ਤੇ ਨਹੀਂ, ਜਿਹਨੂੰ ਤੂੰ ਜ਼ਿੰਦਗੀ ਸਮਝਦਾ ਕਿਤੇ ਮੌਤ ਤੇ ਗੌਰ। ਇਸ ਲਈ ਕਲਾਮ ਦੱਸਦਾ ਗੌਰ ਕਰਨਾ ਗਹਿਰਾਈ ਤੱਕ। ਫਿਰ ਇਹ ਜਿਹੜੀਆਂ ਨਿਕਲਦੇ ਆ ਜਿਹੜੇ ਸੋਤੇ ਤੇ ਇਹਨਾਂ ਦਾ ਫਿਰ ਨਜ਼ਾਰਾ ਆਉਂਦਾ ਆ, ਫਿਰ ਪਤਾ ਲੱਗਦਾ ਵੀ ਅਸਲ ਦੇ ਵਿੱਚ ਅੰਦਰ ਕੀ ਕੁਛ ਅਜੇ ਪਿਆ ਹੈ। ਹਾਲੇਲੂਇਆ। ਪੜਾਂਗੇ ਅੱਗੇ। परमेश्वर आत्मा है परमेश्वर आत्मा और अवश्य है कि इसकी आराधना करने वाले आत्मा और सच्चाई से आराधना करें। अब दुनिया तो करती है शारीरिक लिहाज से, पर यीशु मसीह का कहता है परमेश्वर आत्मा है, इसलिए उसकी आराधना करने वाले, उसकी इबादत करने वाले आत्मा और सच्चाई से उसकी इबादत किया करें। हाँ जी, हुण इहदा लफ्ज़ देखो जी की कहती है। स्त्री ने उससे कहा, मैं जानती हूँ कि मसीह जो ख्रीस्त कहलाता है आने वाला है। हालेलुया। की कहती जी, कित्थों तक पहुंच गई? मसीह ਜਿਹੜਾ ਕ੍ਰਾਈਸਟ ਕਹਾਉਂਦਾ ਉਹ ਆਉਣ ਵਾਲਾ। ਇੱਥੋਂ ਤੱਕ ਇਹਨੂੰ ਤਜਰਬਾ ਇੱਕ ਜਨਾਹਗਾਰ ਔਰਤ ਨੂੰ ਹੋ ਸਕਦਾ? ਇਹਨੂੰ ਇਹ ਪਤਾ ਆ ਵੀ ਮਸੀਹ ਜਿਹੜਾ ਕ੍ਰਾਈਸਟ ਕਰਕੇ ਕਹਾਉਂਦਾ ਉਹ ਆਉਣ ਵਾਲਾ ਹੈ ਤੇ ਇਹ ਉਹਦੀ ਇੰਤਜ਼ਾਰ ਦੇ ਵਿੱਚ ਹੈ ਔਰਤ। ਤੇ ਕਿ ਯਿਸੂ ਮਸੀਹ ਉਹਨੂੰ ਕੀ ਕਹਿ ਰਿਹਾ ਹੈ? जब वह आएगा तो हमें सब बातें बता देगा। हमें सब बातें इंतजार, जिसके पास है उसे और ਇਹਦੇ ਕੋਲ ਸੀ, ਇਸ ਕਰਕੇ ਯਿਸੂ ਇਹਦੇ ਕੋਲ ਆਇਆ। ਤੇ ਜੇ ਇਹਦੇ ਕੋਲ ਨਾ ਹੁੰਦਾ ਤੇ ਯਿਸੂ ਨੇ ਇਹਦੇ ਕੋਲ ਨਹੀਂ ਸੀ ਆਉਣਾ। ਇਸ ਕਰਕੇ ਕਹਿੰਦੀ ਵੀ ਸਾਨੂੰ ਦੱਸਿਆ ਗਿਆ, ਸਾਨੂੰ ਪਤਾ ਆ ਵੀ ਉਹ ਆਉਣ ਵਾਲਾ। ਤੇ ਯਿਸੂ ਮਸੀਹ ਕੀ ਕਹਿੰਦਾ? ਜਿਹੜਾ ਤੇਰੇ ਸਾਹਮਣੇ ਖੜਾ ਹੈ। ਪੜਾਂਗੇ ਕਿ यीशु ने उससे कहा, मैं जो तुझसे बोल रहा हूँ वही हूँ। हालेलुया। मैं जो तुझसे बोल रहा हूँ वही हूँ। हालेलुया। ਅੱਜ ਸਾਡੇ ਵਿੱਚ ਜੋ ਕੋਈ ਯਿਸੂ ਬੈਠਾ ਹੋਵੇ, ਸਾਨੂੰ ਪਤਾ ਨਾ ਹੋਵੇ ਤੇ ਅਚਾਨਕ ਉਹ ਸਾਡੇ ਨਾਲ ਗੱਲ ਕਰ ਦੇਵੇ, ਸਾਡੀ ਹਾਲ ਕੀ ਹੋਊਗਾ ਵਿਚਾਰ ਕੇ। ਇੱਕ ਵਾਰੀ ਤੇਰੇ ਪੈਰਾਂ ਥੱਲੇ ਜ਼ਮੀਨ इतने अधिकार से कोई दूसरा कह नहीं सकता कि मैं जो तुझसे बात कर रहा हूं, जिस मसीह की इंतजार में तुम बैठी हो, जो तुझसे बात कर रहा है वही है। पढ़ेंगे कि इतने में उसके चेले आ गए और अचंभा करके कहने लगे कि वह स्त्री से बातें करता है। तो भी किसी ने पूछा, क्या तू चाहता है या किसी के लिए, क्या किस लिए उससे बातें करता है? तब स्त्री अपना घर छोड़कर नगर में चली गई और लोगों से कहने लगी, आओ एक मनुष्य को देखो, इसने सब कुछ जो मैंने किया मुझे बता दिया। सब कुछ जो मैंने किया मुझे बता दिया। पर इस तो ऊपर ਜਿਹੜੀ ਲਾਈਨ ਹੈ ਉੱਥੇ ਖਾਸ ਗੱਲ ਜਿਹੜੀ ਮੇਨ ਹੈ ਕੀ ਹੈ? ਲਿਖਿਆ ਘੜਾ ਛੱਡ ਕੇ ਕਰਨ ਕੀ ਆਈ ਸੀ? ਆਪਣਾ ਪਾਣੀ ਘੜਾ ਭਰਨ ਛੱਡ ਕੇ ਨਗਰ ਵਿੱਚ ਗਈ। ਘੜਾ ਛੱਡ ਗਈ। ਦੁਨੀਆ ਦਾ ਘੜਾ ਜਿੰਨੀ ਦੇਰ ਤੱਕ ਨਹੀਂ ਛੱਡਦੇ ਉਨੀ ਦੇਰ ਤੱਕ ਛੁਟਕਾਰਾ ਹੋ। ਦੁਨੀਆ ਦੇ ਬਣਾਏ ਖੂਹਾਂ ਦੇ ਵਿੱਚੋਂ ਦੁਨੀਆ ਦੇ ਬਣਾਏ ਹੋਏ ਘੜੇ ਦੇ ਵਿੱਚ ਪਾਣੀ ਲਿਜਾਣਾ ਬੰਦ ਕਰਨਾ ਪਊਗਾ। ਤੇ ਜਦੋਂ ਅੰਮ੍ਰਿਤ ਜਲ ਦਾ ਗਿਆਨ ਹੋ ਗਿਆ ਤੇ ਫਿਰ ਆਪਣੀ ਅਕਲ ਦਾ ਬਣਾਇਆ ਹੋਇਆ ਘੜਾ ਉਸੇ ਜਗ੍ਹਾ ਦੇ ਉੱਤੇ। ਪਰ ਅਸੀਂ ਤੇ ਘੜਾ ਨਾਲ ਹੀ ਨਹੀਂ ਫਿਰਦੇ ਸੀ, ਕਹਿੰਦੇ ਕੋਈ ਗੱਲ ਨਹੀਂ ਉਹ ਵੀ ਚੱਲੂਗਾ, ਇੱਧਰ ਵੀ ਭਰੇ ਜਾਂਦੇ ਆ ਤੇ ਇੱਧਰ ਵੀ ਭਰੇ ਜਾਂਦੇ ਆ। ਔਰ ਫਿਰ ਇਹਦੇ ਅੰਦਰ ਜਿਹੜੀ ਸੀ ਅੱਗ ਲੱਗੀ, ਜਿਹੜਾ ਯਿਸੂ ਮਸੀਹ ਨੇ ਕਿਹਾ ਜਿਹੜਾ ਇਹ ਚੋਂ ਪੀਊਗਾ ਉਹ ਆਪ ਪਾਣੀ ਦਾ ਇੱਕ ਸੋਤਾ ਬਣ ਜਾਵੇਗਾ ਤੇ ਉਛਲੇਗਾ। ਹੁਣ ਉਹ ਅੰਮ੍ਰਿਤ ਜਲ ਅਸਲ ਵਿੱਚ ਇਹਦੇ ਅੰਦਰ ਪ੍ਰਵੇਸ਼ ਕਰ ਚੁੱਕਾ ਤੇ ਉਛਲਣਾ ਸ਼ੁਰੂ ਹੋ ਗਿਆ। ਤੇ ਉਹ ਜਦੋਂ ਉਛਲਣਾ ਸੀ ਤੇ ਫਿਰ ਕਿਸੇ ਦੀ ਪਿਆਸ ਬੁਝਾਉਣੀ ਬੜੀ ਜ਼ਰੂਰੀ ਸੀ। ਲਿਖਿਆ ਭੱਜ ਕੇ ਫਟਾਫਟ ਨਗਰ ਦੇ ਵਿੱਚ ਗਈ ਤੇ ਉੱਥੇ ਜਾ ਕੇ ਕੀ ਗਵਾਹੀ ਦਿੰਦੀ ਆ? ਆਓ ਮੈਂ ਤੁਹਾਨੂੰ ਇੱਕ ਮਨੁੱਖ ਬਾਰੇ ਦੱਸਾਂ ਜਿਹਨੇ ਮੈਂ ਜੋ ਕੁਝ ਕੀਤਾ ਮੈਨੂੰ ਦੱਸ ਦਿੱਤਾ। ਤੇ ਅਗਲਾ ਲਫ਼ਜ਼ ਹੈ ਜਿਹੜਾ ਹੀਰੋ ਲਾਈਨ ਹੈ, कहीं यह मसीह तो नहीं? ਕਿਤੇ ਇਹ मसीह तो नहीं। ਅਜੇ ਤੇ ਯਿਸੂ ਨੇ ਕਿਹਾ ਸੀ ਵੀ ਜਿਹੜਾ ਤੇਰੇ ਸਾਹਮਣੇ ਗੱਲਾਂ ਕਰਦਾ ਪਿਆ ਨਾ ਉਹ ਉਹੋ ਹੀ ਆ। ਤੇ ਹੁਣ ਅੰਦਰ ਅੱਗ ਲੱਗ ਚੁੱਕੀ ਆ ਤੇ ਹੁਣ ਪਿੰਡ ਵਾਲੇ ਨੇ ਵੀ ਆ ਕੇ ਕਹਿੰਦੇ ਵੀ ਆਓ ਦੇਖਿਓ ਤੇ ਜੇ ਕਿਤੇ ਕਿਤੇ ਮੇਰੇ ਅੰਦਰ ਕੋਈ ਮਾੜੀ ਮੋਟੀ ਕਿਤੇ ਡਾਟ ਸ਼ਾਟ ਹੋਵੇ ਵੀ ਤੇ ਆਪਾਂ ਕਲੀਅਰ ਕਰੀਏ। ਕਹਿੰਦੀ ਉਹ ਲੱਭ ਪਿਆ ਆ ਮੈਨੂੰ ਤੇ ਆਓ ਕਿਤੇ ਉਹ ਮਸੀਹ ਤਾਂ ਨਹੀਂ। ਅੱਗੇ ਪੜਾਂਗੇ। अतः वे नगर से निकल के उसके पास आने लगे। ਜਿੱਦਾਂ ਹੀ ਉਹਨੇ ਕਿਹਾ ਤੇ ਉਹ ਨਗਰ ਦੇ ਵਿੱਚੋਂ ਨਿਕਲ ਕੇ ਉਹਦੇ ਨਾਲ, ਜੇ ਮਾੜੀ ਔਰਤ ਹੁੰਦੀ ਤੇ ਨਾਲ ਜਾਣਾ ਸੀ ਉਹਨਾਂ ਨੇ? ਇਹਦੀ ਗੱਲ ਤੇ ਕਿਉਂ ਯਕੀਨ ਕਰਾਂਗੇ? ਸਾਡੇ ਇਲਾਕੇ 'ਚ ਕੋਈ ਮਾੜੀ ਔਰਤ ਹੋਵੇ ਅਸੀਂ ਤਾਂ ਉਹਨਾਂ ਗੱਲ ਕਰਨੀ ਪਸੰਦ ਨਹੀਂ ਕਰਦੇ।
ਤੇ ਇਹ ਕੀ ਕਰ ਰਹੇ ਆ, ਇਹਦੀ ਗੱਲ ਨੂੰ ਸੁਣ ਕੇ ਤੇ ਇਹਦੇ ਨਾਲ ਚੱਲ ਪਏ। ਇਹਦਾ ਮਤਲਬ ਰੁਤਬੇ ਵਾਲੀ ਔਰਤ ਸੀ, ਇੱਜ਼ਤਦਾਰ ਔਰਤ ਸੀ। हालेलुया। पढ़ांगे। इस बीच उसके चेलों ने यीशु से यह कहकर विनती की, हे रब्बी कुछ खा ले। परंतु उसने उससे कहा, मेरे पास खाने के लिए ऐसा भोजन है जिसे तुम नहीं जानते। चेलियां ने बेचारे जिस्म दे भोजन दी पई है ते यसु मसीह की कह रहा है, मेरे पास एक ऐसा भोजन है जिसे तुम अजे चेले भी नहीं जानते, पर ये चेलियां दे विचों नहीं सी, पर सब कुछ जान गई। हालेलुया। पढ़ांगे। तब चेलों ने आपस में कहा, क्या कोई उसके लिए कुछ खाने को लाया है? यीशु ने उससे कहा, मेरा भोजन यह है कि अपने भेजने वाले की इच्छा के अनुसार चलूं और उसका काम पूरा करूं। हालेलुया। अपने भेजने वाले की इच्छा के अनुसार चलो, उसका काम पूरा करूं। ਉਹਦੀ ਇੱਛਾ ਕੀ ਸੀ? ਇਸ ਔਰਤ ਤੇ ਤੱਕ ਉਸ ਸਚਾਈ ਨੂੰ ਪਹੁੰਚਾਉਣਾ। ਹਾਲੇਲੂਇਆ। ਔਰ ਜਦੋਂ ਪਹੁੰਚ ਗਈ, ਯਿਸੂ ਮਸੀਹ ਨੇ ਇਤਮਾਨਾਨ ਦੇ ਨਾਲ ਬੈਠ ਗਿਆ, ਕਹਿੰਦਾ ਮੇਰੇ ਬਾਪ ਦੀ ਇੱਛਾ ਇਹ ਸੀ। ਤੁਹਾਡਾ ਤੇ ਇੱਕ ਬਹਾਨਾ ਸੀ ਕਿ ਤੁਸੀਂ ਖਾਣਾ ਲੈਣ ਜਾਓ, ਅਸਲ ਦੇ ਵਿੱਚ ਮੇਰੇ ਪਿਤਾ ਨੇ ਇਸ ਔਰਤ ਤੱਕ ਪਹੁੰਚਣ ਦੇ ਲਈ ਇਹ ਸਾਰਾ ਇੰਤਜ਼ਾਮ ਕੀਤਾ ਸੀ। ਅੱਗੇ ਲੋਕ ਆ ਗਏ, कहते तुम नहीं कहते कटनी होने में भी 4 महीने पड़े हैं। देखो मैं तुमसे कहता हूँ, अपनी आंख उठाकर खेतों पर दृष्टि डालो कि वे कटने के लिए पक चुके हैं। हालेलुया। काटने वाला मजदूरी पाता है और अनंत जीवन के लिए फल बटोरता है, ताकि बोने वाला और काटने वाला दोनों मिलकर आनंद करें। बिल्कुल। क्योंकि यहाँ पर यह कहावत ठीक बैठती है, बोने वाला और काटने वाला और मैं तुम्हें बोने वाला और काटने वाला और मैं तुम्हें वह खेत काटने के लिए भेजा जिसमें तुमने परिश्रम नहीं किया। जिथे तुसी कोई मेहनत नहीं कीता, मैं तुहानू उत्थे भेज रहा। दूसरों ने परिश्रम किया और तुमने परिश्रम के फल में भागी हुए। उस समय उस नगर में बहुत से सामरियों ने उस स्त्री से कहने लगे ये यीशु पर विश्वास किया, क्योंकि उसने यह गवाही दी थी। उसने सब कुछ जो मैंने किया मुझे बता दिया। लोगों ने विश्वास कर लिया इस औरत दी दित्ती हुई ਇਹਦੀ ਗਵਾਹੀ ਨੂੰ ਅਗਰ ਇਹ ਗਲਤ ਹੁੰਦੀ ਤੇ ਕਿਸੇ ਨੇ ਮੰਨਣਾ ਸੀ? ਮਤਲਬ ਇਹ ਕਹਿੰਦਾ ਐਵੇਂ ਸ਼ੈਤਾਨ ਪਾਗਲ, ਪਹਿਲਾਂ ਵੀ ਪਾਗਲਾਂ ਵਾਂਗ ਤੁਰੀ ਫਿਰਦੀ ਸੀ ਤੇ ਹੁਣ ਵੀ ਇਹਦਾ ਇਹ ਹਾਲ ਹੈ। ਇਹਦੀ ਗੱਲ ਤੇ ਅਸੀਂ ਯਕੀਨ ਕਾਹਦੇ ਲਈ ਕਰੀਏ, ਪਰ ਉਹਦੀ ਗੱਲ ਕਹਿਣ ਤੇ ਹੀ ਉਹਨਾਂ ਨੇ ਯਕੀਨ ਕੀਤਾ। ਅੱਗੇ पढ़ांगे। इसलिए जब ये सामरी उसके पास आए तो उसे विनती करने लगे कि हमारे यहाँ रह। अतः वहाँ 2 दिन तक रहा। हाँ जी। और उसके वचन के कारण और भी बहुत से लोगों ने विश्वास किया। और उस स्त्री ने कहा, अब हम तेरे कहने से ही विश्वास नहीं करते, क्योंकि हमने आप ही सुन लिया और जानते हैं कि सचमुच में जगत का उद्धार करता है। हालेलुया। औरत ਨੂੰ ਹੁਣ ਕੀ ਗਵਾਹੀ ਦੇ ਰਿਹਾ? ਤੂੰ ਬਿਲਕੁਲ ਸਹੀ ਕਿਹਾ ਸੀ, ਤੂੰ ਜਿੱਥੋਂ ਤੱਕ ਪਹੁੰਚਾਤਾ ਸੱਚ ਹੈ। ਯਿਸੂ ਮਸੀਹ ਨੇ 2 ਦਿਨ ਉਹਨਾਂ ਦੇ ਨਾਲ ਬਿਤਾਏ। ਹੁਣ ਉਹਨਾਂ ਨੇ ਸਭ ਕੁਝ ਜਾਣਨ ਤੋਂ ਬਾਅਦ ਇਹਨੇ ਪਹਿਲਾਂ ਕੀ ਕਿਹਾ ਸੀ? ਆਓ ਕਹਿੰਦੇ ਤੁਸੀਂ ਵੀ ਦੇਖੋ, ਕਿਤੇ ਉਹ ਮਸੀਹ ਤਾਂ ਨਹੀਂ, ਤੁਸੀਂ ਵੀ ਦੇਖੋ। ਤੇ ਹੁਣ ਉਹ ਕੀ ਕਹਿ ਰਹੇ? ਕਹਿੰਦੇ ਹੁਣ ਤੇਰੇ ਕਹਿਣ ਦੇ ਉੱਤੇ ਨਹੀਂ, ਬਲਕਿ ਅਸੀਂ ਜੋ ਕੁਝ ਸੁਣਿਆ ਤੇ ਸਮਝਿਆ ਤੇ ਜਾਣਿਆ, ਹੁਣ ਅਸੀਂ ਆਪ ਕਹਿੰਦੇ ਆ ਵੀ ਇਹ ਉਹੀ मसीह। अपनी आंखों बंद करांगे, सिर झुकाएंगे। खुदावंद खुदा तेरी तारीफ, तेरा शुक्र करते हैं तेरे आज के दिए हुए कलाम के लिए। खुदावंद सचमुच तो अपने लोगों के साथ अपनी मर्जी से बोलता है। तू जानता था तेरे लोगों को आज इसी खुराक की जरूरत है। खुदा, हम कभी कभी इंसान होते हुए कुछ और सोचते हैं, कुछ और कहना चाहते हैं, परंतु तेरा रूह कुछ और कहता है, क्योंकि तेरे कलाम में लिखा, बोलने वाले तुम नहीं बल्कि मेरा रूह होगा। सचमुच खुदावंद तूने हम सब से अपने रूह के द्वारा बात की है। तेरे कलाम को जो आज हमने सीखा खुदावंद, हमारे दिलों में बसा रहे खुदा। हम और ज्यादा तेरे को जाने के, और ज्यादा गहराई तक, जहां तक तू चाहता है कि हम तुझे जाने खुदा, वहां तक हम पहुंचे। क्योंकि जितनी देर तक तेरी समानता में एक समान नहीं हो जाते खुदावन, तब तक तू हमसे रिलेशन उस तरह का नहीं बनाएगा जैसा तू चाहता है। तेरे पास वही आ सकता है जो तेरे समान हो जाएगा। तो तू दया कर, तेरा कलाम हमें संभाले, तेरा कलाम हमें तैयार करे
क्योंकि तेरा कलाम ही है जो हमें तेरे समान बना सकता है। इसलिए तू सुनने वाले कान खुदा और समझने वाला मन दे खुदा, वो समझ दे जिसके मुताबिक हम तेरी बात को समझ सकें और तेरे कलाम को अपने दिल में जमा कर सकें। तू ही सब कुछ करने वाला है खुदा, इसलिए अपने आप को तेरे फजल भरे जरावर हाथों में देते हैं। तू हम सबको संभाल और अपने मानिंद बना। एक एक जिंदगी पर तेरा फजल हमेशा बना रहे। हमारी दुआ को सुन ले मसीह यीशु के नाम में। अब हमारे खुदावंद यीशु मसीह का फजल, खुदा बाप की मोहब्बत, पाक रूह की संगत अब से लेकर हमेशा तक उसके तमाम संतों कलीसिया के साथ हमेशा बनी रहे। आमीन। हालेलुया। खुदा तुम सब में बरकत दे।